ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਵੈਲਕਮ। ਧੰਨਵਾਦ ਜੀ, ਬਹੁਤ ਬਹੁਤ ਸਰੋਤਿਆਂ ਨੂੰ ਤੁਹਾਡੇ ਰਾਹੀਂ ਸਾਂਝ ਪਾਉਂਦੇ ਹੋਏ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਤੁਹਾਡੀ ਸਰੋਤਿਆਂ ਦੇ ਰੂਬਰੂ ਕੀਤਾ ਜੀ ਦੋਸਤੋ, ਅੱਜ ਫੇਰ ਅਸੀਂ ਉਸ ਮਸਲੇ ਤੇ ਉਸ ਮੁੱਦੇ ਤੇ ਗੱਲਬਾਤ ਕਰਾਂਗੇ ਜੋ ਮੁੱਦਾ ਦਹਾਕਿਆਂ ਤੋਂ ਚੱਲਦਾ ਆਉਂਦਾ। SYL ਜਦੋਂ ਵੀ ਚੋਣਾਂ ਆਉਂਦੀਆਂ ਨੇ ਹਰਿਆਣਾ, ਦਿੱਲੀ, ਰਾਜਸਥਾਨ ਦੇ ਵਿੱਚ, ਪੰਜਾਬ ਦੇ ਵਿੱਚ, ਤਾਂ ਇਸ ਮੁੱਦੇ ਨੂੰ ਫਿਰ ਤੋਂ ਕੱਢ ਲਿਆਂਦਾ ਜਾਂਦਾ। ਹੁਣ ਪੰਜਾਬ ਦੀਆਂ ਚੋਣਾਂ ਤਾਂ ਲੰਘ ਗਈਆਂ 2022 ਦੀਆਂ, ਹੁਣ ਚੋਣਾਂ ਨੇ ਹਰਿਆਣਾ ਦੀਆਂ। ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ, ਹਰਿਆਣਾ ਦੇ ਵਿੱਚ ਸਰਕਾਰ ਹੈ BJP ਦੀ, ਤੇ ਦਿੱਲੀ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ। ਹੁਣ ਇੱਕ ਗੱਲ ਨਿਕਲ ਕੇ ਆ ਰਹੀ ਹੈ ਕਿ ਹਰਿਆਣਾ ਦੀ ਜੋ BJP ਸਥਾਨਕ ਇਕਾਈ ਹੈ ਉਹ SYL ਦੇ ਪਾਣੀ ਦੀ ਮੰਗ ਕਰਦੀ ਹੈ। ਦੂਜੇ ਪਾਸੇ ਜੋ ਆਪ ਦੇ ਰਾਜ ਸਭਾ ਮੈਂਬਰ ਨੇ ਸੁਸ਼ੀਲ ਗੁਪਤਾ, ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਹਦੇ 'ਚ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਤਾਂ ਸਾਡੀ ਸਰਕਾਰ ਬਣ ਗਈ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰਿਆਣਾ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਹਰਿਆਣਾ ਦੇ ਲੋਕਾਂ ਨੂੰ ਹਰਿਆਣਾ ਦੇ ਖੇਤ ਤੱਕ ਅਸੀਂ SYL ਦਾ ਪਾਣੀ ਪਹੁੰਚਾ ਦੇਵਾਂਗੇ। ਹੁਣ SYL ਦਾ ਮੁੱਦਾ ਫਿਰ ਚਰਚਾ ਦੇ ਵਿੱਚ ਹੈ। ਹਰਿਆਣਾ ਕਹਿੰਦਾ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਪਾਣੀ ਲੈਣ ਦੇ ਲਈ। ਇਸ ਸਭ ਕਾਸੇ ਦੇ ਵਿਚਾਲੇ ਆਮ ਆਦਮੀ ਪਾਰਟੀ ਦੀ ਜੋ ਫਿਰ ਪੰਜਾਬ ਦੀ ਸਰਕਾਰ ਹੈ ਉਹ ਕਿੱਥੇ ਜਾ ਕੇ ਖੜਦੀ ਹੈ, ਉਹਦਾ ਸਟੈਂਡ ਕੀ ਹੋਊਗਾ, ਉਹਦੇ ਬਿਆਨ ਕੀ ਹੋਣਗੇ, ਇਸ ਮਸਲੇ 'ਤੇ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ। ਧਾਲੀਵਾਲ ਸਾਹਿਬ, ਆਖਰ ਫਿਰ ਸਭ ਕਾਸੇ ਦੇ ਵਿੱਚ ਇੱਕ ਤਾਂ ਗੱਲ ਆਪਾਂ ਇਹ ਕਰਾਂਗੇ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕਿੱਥੇ ਕੁ ਖੜਦੀ ਹੈ। ਦੂਜਾ, ਹਰਿਆਣਾ ਦੀ ਭਾਜਪਾ ਪਾਰਟੀ ਵੱਲੋਂ ਪੰਜਾਬ ਦੇ ਪਾਣੀ ਮੰਗਣਾ। ਇੱਕ ਆਮ ਆਦਮੀ ਪਾਰਟੀ ਦਾ ਜੋ ਰਾਜ ਸਭਾ ਮੈਂਬਰ ਹੈ ਸੁਸ਼ੀਲ ਗੁਪਤਾ ਦਾ, ਉਹਦਾ ਬਿਆਨ ਆਉਣਾ ਕਿ ਅਸੀਂ SYL ਦਾ ਪਾਣੀ ਪਿੰਡ ਘਰ ਪਹੁੰਚਾ ਦੇਵਾਂਗੇ, ਖੇਤ ਹਰਿਆਣਾ ਦੇ। ਦੇਖੋ, ਇਹਦੇ ਵਿੱਚ ਇਹ ਹੈ, ਇਕੱਲਾ SYL ਦਾ ਨਹੀਂ, ਪਾਣੀਆਂ ਦੇ ਮੁੱਦੇ ਨੇ ਜਾਂ ਜਿਵੇਂ ਕਸ਼ਮੀਰ ਦਾ ਮੁੱਦਾ ਹੈ। ਜਿਹੜੇ ਮੁੱਦੇ ਦੋ ਸਟੇਟਾਂ ਦੀ ਜਨਤਾ ਦੇ ਹਿੱਤਾਂ ਦੇ ਵਿੱਚ ਟਕਰਾਓ ਪੈਦਾ ਕਰਦੇ ਨੇ ਜੀ, ਸਮੇਂ-ਸਮੇਂ ਤੇ ਰਾਜਨੀਤਿਕ ਪਾਰਟੀਆਂ ਉਹ ਮੁੱਦਿਆਂ ਨੂੰ ਨਾ ਹੱਲ ਕਰਨ ਦੀ ਤਰਫ ਵੱਧਦੇ ਵੀ ਨਹੀਂ, ਬਲਕਿ ਉਭਾਰ ਕੇ ਸਮੇਂ-ਸਮੇਂ ਤੇ ਉਹਨਾਂ ਦਾ ਫਾਇਦਾ ਲੈਂਦੇ ਨੇ। ਜਿੱਥੇ ਇਹ ਪਾਰਟੀਆਂ ਇੱਦਾਂ ਦੀ ਅੰਡਰਸਟੈਂਡਿੰਗ ਬਣਾਉਂਦੀਆਂ ਨੇ ਕਿ ਇੱਕ ਸੂਬੇ 'ਚ ਕੋਈ ਹੋਰ ਪਾਰਟੀ ਹੈ, ਦੂਜੇ ਸੂਬੇ 'ਚ ਕੋਈ ਹੋਰ ਪਾਰਟੀ ਹੈ, ਅਤੇ ਉਹਨਾਂ ਦੋਨਾਂ ਦਾ ਗੁਪਤ ਅਲਾਇੰਸ ਵੀ ਰਹਿੰਦਾ ਹੈ, ਉੱਥੇ ਉਹ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਉਭਾਰਨ ਵਿੱਚ ਤੇ ਉਹਨਾਂ ਦਾ ਰਾਜਨੀਤਿਕ ਲਾਭ ਲੈਣ ਵਿੱਚ ਜ਼ਿਆਦਾ ਸਫਲ ਰਹਿੰਦੀਆਂ ਨੇ ਜੀ। ਪਰੰਤੂ ਜਦੋਂ ਇਸ ਮਾਡਲ ਦੀ ਬਜਾਏ ਮਾਡਲ ਇਹ ਆ ਜਾਂਦਾ ਹੈ ਕਿ ਦੋਵੇਂ ਸੂਬਿਆਂ ਵਿੱਚ ਇੱਕੋ ਪਾਰਟੀ ਦਾ ਰਾਜ ਹੈ ਜਾਂ ਰਾਜ ਹੋਣ ਜਾ ਰਿਹਾ ਹੈ, ਉਦੋਂ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਉਸ ਪਾਰਟੀ ਲਈ ਦੂਜੀ ਤਰ੍ਹਾਂ ਮੁੱਦਾ ਖੜਾ ਕਰਕੇ ਕਿ ਹੁਣ ਇਹ ਇੱਕ ਸੂਬੇ ਦੇ ਹਿੱਤਾਂ ਦੀ ਰਾਖੀ ਕਰੇਗੀ ਜਾਂ ਦੂਜੇ ਸੂਬੇ ਦੀ ਹਿੱਤਾਂ ਦੀ ਰਾਖੀ ਕਰੇਗੀ, ਜਾਂ ਫਿਰ ਜਦੋਂ ਕੋਈ ਇੱਦਾਂ ਦਾ ਬਿਆਨ ਉਹ ਪਾਰਟੀ ਜਾਂ ਨੀਤੀ ਅਪਣਾਉਂਦੀ ਹੈ ਜਿਹੜਾ ਕਲੀਅਰ ਨਹੀਂ ਹੈ, ਫਿਰ ਉੱਥੇ ਦੋਗਲੇਪਣ ਦਾ ਦੋਸ਼ ਲਾ ਕੇ ਉਸ ਦਾ ਰਾਜਨੀਤਿਕ ਲਾਭ ਲੈਣ ਦੀਆਂ ਦੂਜੀਆਂ ਪਾਰਟੀਆਂ ਕਰਦੀਆਂ ਨੇ। ਜਿਵੇਂ ਆਪਾਂ ਸਤਲੁਜ ਯਮੁਨਾ ਲਿੰਕ ਨਹਿਰ SYL ਦੀ ਗੱਲ ਕਰੀਏ, ਜਦੋਂ ਕਾਂਗਰਸ ਨੇ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਇਹ ਪਾਣੀ ਹਰਿਆਣਾ ਨੂੰ ਦੇਣਾ ਚਾਹਿਆ ਅਤੇ ਇਹ ਪਾਣੀ ਦਾ ਕੁਝ ਫਾਇਦਾ ਦਿੱਲੀ ਤੱਕ ਦੇਣਾ ਚਾਹਿਆ। ਇਹਦੇ ਦੋ ਕਾਰਨ ਅਸੀਂ ਉਭਾਰੇ। ਸੱਚ ਕੀ ਸੀ, ਹੋਰ ਵੀ ਹੋ ਸਕਦਾ ਹੈ, ਪਰੰਤੂ ਵਿਸ਼ਲੇਸ਼ਕਾਂ ਨੇ ਦੋ ਕਾਰਨ ਉਭਾਰੇ ਕਿ ਇੱਕ ਤੇ ਇੰਦਰਾ ਗਾਂਧੀ ਪੰਜਾਬ ਤੋਂ ਬਦਲਾ ਲੈਣਾ ਚਾਹੁੰਦੀ ਸੀ, ਐਮਰਜੈਂਸੀ ਦਾ ਜੋ ਰੋਲ ਪੰਜਾਬ ਨੇ ਨਿਭਾਇਆ। ਇੱਥੇ ਜੇ ਆਪਾਂ ਇਹ ਕਹੀਏ, ਇਹ ਅਤਕਥਨੀ ਨਹੀਂ ਹੋਏਗੀ ਕਿ ਇਹਦੇ ਵਿੱਚ ਇਕੱਲੀ ਇੰਦਰਾ ਗਾਂਧੀ ਨਹੀਂ, ਪੰਜਾਬ ਦੀ ਇੱਕ ਖਾਸੀਅਤ ਰਹੀ ਹੈ। ਜਦੋਂ ਤਾਂ ਆਪਾਂ ਇਹਨੂੰ ਪੋਜ਼ਿਟਿਵ ਸਾਈਡ ਤੇ ਸੋਚਦੇ ਹਾਂ, ਉਦੋਂ ਤਾਂ ਅਸੀਂ ਇਹਨੂੰ ਪੋਲੀਟੀਕਲ ਚੇਤਨਤਾ, ਰਾਜਨੀਤਿਕ ਚੇਤਨਤਾ ਕਹਿੰਦੇ ਹਾਂ ਕਿ ਪੰਜਾਬ ਨੇ ਜਦੋਂ ਕੋਈ ਮੂਵਮੈਂਟਸ ਉੱਠੀਆਂ ਔਰ ਜਦੋਂ ਰਾਜਨੀਤਿਕ ਪਾਰਟੀਆਂ ਨੇ ਵੱਖ-ਵੱਖ ਸਮਿਆਂ ਤੇ ਜਿਉਂ ਹੀ ਕੋਈ ਲੋਕ ਹਿੱਤਾਂ ਦੇ ਵਿਰੁੱਧ, ਕਾਨੂੰਨ ਦੇ ਵਿਰੁੱਧ, ਸੰਵਿਧਾਨ ਦੇ ਵਿਰੁੱਧ ਕਿਸੇ ਵੀ ਪਾਰਟੀ ਨੇ ਆਪਣੀ ਪਾਰਟੀ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਕੋਈ ਐਕਸ਼ਨ, ਕੋਈ ਕੰਮ, ਕੋਈ ਕਾਨੂੰਨ ਲੈ ਕੇ ਆਂਦਾ, ਤਾਂ ਪੰਜਾਬ ਨੇ ਇਸ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਮੋਹਰੀ ਹੋ ਕੇ ਵਿਰੋਧ ਕੀਤਾ ਜੀ। ਔਰ ਇਸ ਕਰਕੇ, ਕਿਉਂਕਿ ਲੰਮਾ ਸਮਾਂ ਕਾਂਗਰਸ ਦਾ ਰਾਜ ਰਿਹਾ, ਕਾਂਗਰਸ ਦੇ ਰਾਜ ਰਹਿਣ ਦੇ ਸਮੇਂ ਪੰਜਾਬ ਦੀ ਜਿਹੜੀ ਜਨਤਾ ਸੀ ਉਹ ਅਕਾਲੀ ਦਲ ਨਾਲ
ਤੁਰੀ ਅਕਾਲੀ ਦਲ ਨਾਲ ਨਿਭੀ ਤੇ ਸਮੇਂ-ਸਮੇਂ ਤੇ ਕਾਂਗਰਸ ਦੀਆਂ ਨੀਤੀਆਂ ਦਾ, ਉਹ ਸਪੈਸ਼ਲੀ ਉਹ ਨੀਤੀਆਂ ਦਾ ਜਿਹੜੀਆਂ ਰਾਜਾਂ ਦੀ ਖੁਦਮੁਖਤਾਰੀ ਦੇ ਵਿੱਚ ਅੜਿੱਕਾ ਬਣਦੀਆਂ ਸੀ, ਰਾਜਾਂ ਨੂੰ ਵੱਧ ਅਧਿਕਾਰ ਦੇਣ ਤੋਂ ਜਿਹੜੀਆਂ ਨੀਤੀਆਂ ਰੋਕ ਵੱਲ ਨੂੰ ਜਾਂਦੀਆਂ ਸੀ, ਰੋਕ ਲਾਉਂਦੀਆਂ ਸੀ, ਉਹਨਾਂ ਨੀਤੀਆਂ ਦਾ ਪੰਜਾਬ ਨੇ ਬਹੁਤ ਅੱਗੇ ਹੋ ਕੇ ਵਿਰੋਧ ਕੀਤਾ ਅਤੇ ਇਹ ਉਸ ਸਮੇਂ ਦੀ ਸਰਕਾਰ ਨੂੰ ਭਾਇਆ ਨਹੀਂ, ਚੰਗਾ ਨਹੀਂ ਲੱਗਿਆ ਕਿ ਜਦੋਂ ਸਾਰੀ ਮੁਲਕ ਦੇ ਵਿੱਚ ਕਿਸੇ ਪਾਰਟੀ ਦੀ ਸਰਕਾਰ ਹੋਵੇ ਤੇ ਇਕੱਲੇ ਪੰਜਾਬ ਵਿੱਚ ਕਾਂਗਰਸ ਦਾ ਉਸ ਕਿਸਮ ਦਾ ਵਿਰੋਧ ਹੋਵੇ। ਜੇ ਆਪਾਂ ਇਹੀ ਗੱਲ ਲਈਏ ਸਾਊਥ ਦੇ ਵਿੱਚ ਜਾ ਕੇ ਕਿਸੇ ਸਮੇਂ ਇਹ ਚੀਜ਼ ਸਾਫ਼ ਹੋ ਗਈ ਕਿ ਉੱਥੇ ਜਿਹੜੀਆਂ ਉਸ ਖਿੱਤੇ ਦੀਆਂ ਪਾਰਟੀਆਂ ਸੀ ਉਹ ਇਸ ਤਰ੍ਹਾਂ ਦੀਆਂ ਬਣ ਗਈਆਂ ਕਿ ਉੱਥੇ ਸਮੇਂ ਨਾਲ ਕਾਂਗਰਸ ਜਾਂ ਬੀਜੇਪੀ, ਜੇ ਆਪਾਂ ਦੂਜੇ ਰੂਪ 'ਚ ਇਹ ਕਹੀਏ ਕਿ ਉਹ ਪਾਰਟੀਆਂ ਜਿਨ੍ਹਾਂ ਦਾ ਕਬਜ਼ਾ ਸੈਂਟਰ ਦੀ ਸਰਕਾਰ ਤੇ ਰਿਹਾ ਤੇ ਜਿਨ੍ਹਾਂ ਦੀ ਨੀਤੀ ਕੇਂਦਰੀਕਰਨ ਦੀ ਰਹੀ, ਉੱਥੇ ਦੋ ਪਾਰਟੀਆਂ ਬਣ ਗਈਆਂ 3-4 ਸੂਬਿਆਂ 'ਚ, ਜਿਹੜੀਆਂ ਉਹ ਏ ਪਾਰਟੀ ਵੀ ਉਹਦੇ ਨਾਲ ਟਕਰਾਉਂਦੀ ਸੀ, ਬੀ ਪਾਰਟੀ ਵੀ ਟਕਰਾਉਂਦੀ ਸੀ। ਇਸ ਕਰਕੇ ਉਹਨਾਂ ਤੇ ਇੱਦਾਂ ਦੇ ਮਸਲੇ ਉਭਾਰਨ ਵਿੱਚ ਬਹੁਤੀ ਕਾਮਯਾਬੀ ਨਹੀਂ ਮਿਲੀ, ਪਰ ਫਿਰ ਵੀ ਕਰਨਾਟਕਾ ਦਾ ਕਾਵੇਰੀ ਨਦੀ ਦੇ ਪਾਣੀ ਦੇ ਡਿਸਪਿਊਟ ਸੀ ਜਿਹੜੇ ਦੂਜੇ ਸੂਬਿਆਂ ਨਾਲ ਉਭਾਰੇ ਗਏ। ਪਰੰਤੂ ਪੰਜਾਬ ਦੀ ਸਥਿਤੀ ਕੁਛ ਹੋਰ ਰਹੀ ਕਿ ਜਦੋਂ ਕਾਂਗਰਸ ਨੇ ਇਸ ਨੂੰ ਉਭਾਰਿਆ ਤਾਂ ਇੱਥੋਂ ਦੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ, ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਦੇ ਵਿੱਚ, ਜਥੇਦਾਰ ਟੌੜਾ ਦੀ ਅਗਵਾਈ ਦੇ ਵਿੱਚ, ਉਦੋਂ ਇਹ ਸਾਰੇ ਵੱਡੇ ਲੀਡਰ ਕਹਾਉਂਦੇ ਸੀ, ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ 3 ਜਿਹੜੇ ਵੱਡੇ ਲੀਡਰ ਸੀ, ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਲਿਆ ਤੇ ਵੱਡਾ ਮੋਰਚਾ ਲਾਇਆ। ਉਹ ਮੋਰਚੇ 'ਚ ਕਾਮਯਾਬੀ ਵੀ ਮਿਲੀ ਅਤੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਇਹ ਸਥਾਪਿਤ ਕੀਤਾ ਕਿ ਪੰਜਾਬ ਜਿਹੜੇ ਸਟੇਟਾਂ ਦੇ ਅਧਿਕਾਰਾਂ ਦੀ ਲੜਾਈ ਦੇ ਵਿੱਚ ਹਮੇਸ਼ਾ ਮੋਹਰੀ ਰਿਹਾ। ਪਰੰਤੂ ਇੰਦਰਾ ਗਾਂਧੀ ਨੂੰ ਇਹ ਅੱਛਾ ਨਹੀਂ ਲੱਗਿਆ। ਉਹ ਬਦਲਾ ਲੈਣ ਲਈ ਉਹਨੇ ਕੁਛ ਕਿਹਾ ਇਹ ਜਾਂਦਾ ਕਿ ਵਿਸ਼ਲੇਸ਼ਕ ਇਹ ਕਹਿੰਦੇ ਨੇ ਕਿ ਉਹਨੇ ਜਾਣ ਬੁੱਝ ਕੇ ਇੱਦਾਂ ਦੀਆਂ ਨੀਤੀਆਂ ਘੜੀਆਂ ਔਰ ਇਸ ਨੀਤੀ ਦੇ ਤਹਿਤ ਜੇ ਆਪਾਂ ਕਹੀਏ ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਮੋਰਚਾ ਲੱਗਿਆ, ਉਸ ਮੋਰਚੇ ਤੋਂ ਗੱਲ ਵੱਧਦੀ ਉਹ ਇੱਥੇ ਤੱਕ ਚਲੀ ਗਈ ਕਿ 1982 ਦੇ ਵਿੱਚ ਜਿਹੜੀ ਏਸ਼ੀਆਡ ਦੀ ਲੜਾਈ ਹੋਈ, ਦੋਨੇ ਸੂਬਿਆਂ ਦੇ ਜਿਹੜੀ ਜਨਤਾ ਹੈ ਉਹਦੇ ਵਿੱਚ ਲੜਾਈ ਇੰਨੀ ਤਿੱਖੀ ਹੋ ਗਈ ਕਿ ਇਹ ਸਮਝਿਆ ਜਾਣ ਲੱਗ ਗਿਆ ਕਿ ਇੱਥੇ ਐਦਾਂ ਠੀਕ ਨਹੀਂ ਆਏਗਾ ਜੀ। ਥੋੜੀ ਜੀ ਗੱਲ ਮੈਂ ਕਰਨੀ ਚਾਹੂੰਗਾ ਕਿ ਇਹਦਾ ਰਾਜਨੀਤਿਕ ਫਾਇਦਾ ਲੈਣ ਲਈ ਅਕਾਲੀ ਦਲ ਤੇ ਚੌਧਰੀ ਦੇਵੀ ਲਾਲ ਵਾਲਾ ਲੋਕ ਦਲ ਦੋਨਾਂ ਨੇ ਰਲਮੀ ਨੀਤੀ ਤੇ ਚੱਲ ਕੇ ਉੱਥੇ ਉਹੀ ਲੋਕ ਦਲ ਓਮ ਪ੍ਰਕਾਸ਼ ਚੌਟਾਲਾ ਜਾਂ ਅੱਗੇ ਉਹਦੇ ਬੇਟੇ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਦੇ ਹੱਕ ਦੀ ਗੱਲ ਹਰਿਆਣਾ ਲਈ ਕਰਦੇ ਰਹੇ। ਅਕਾਲੀ ਦਲ ਬਾਦਲ ਪੰਜਾਬ ਲਈ ਕਰਦਾ ਰਿਹਾ, ਜਦੋਂ ਕਿ ਵਿੱਚੋਂ ਦੋਨੇ ਪਾਰਟੀਆਂ ਘਿਓ ਖਿਚੜੀ ਰਹੀਆਂ, ਇਕੱਠੇ ਸੀ ਵਿੱਚੋਂ ਦਾ। ਉਹਨਾਂ ਨੇ ਇਸ ਮਸਲੇ ਨੂੰ ਜਦੋਂ ਇੱਕ ਐਸਾ ਟਾਈਮ ਵੀ ਆਉਂਦਾ ਰਿਹਾ ਕਿ ਜਦੋਂ ਉੱਥੇ ਉਹਨਾਂ ਦੀ ਰਾਜਨੀਤੀ ਨਾਲ ਸਰਕਾਰਾਂ ਬਣੀਆਂ, ਇੱਥੇ ਇਹਨਾਂ ਦੀ ਰਾਜਨੀਤੀ ਦੇ ਤਹਿਤ ਸਰਕਾਰਾਂ ਬਣੀਆਂ, ਉਹ ਦੋਨਾਂ ਸਰਕਾਰਾਂ ਨੇ ਰਲ ਕੇ ਵੀ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਦੇ ਵੀ ਨਹੀਂ ਕੀਤੀ, ਜਿਹਨੂੰ ਆਪਾਂ ਕਹੀਏ ਕਿ ਬੈਠ ਕੇ ਹੱਲ ਲੱਭਦਾ ਹੁੰਦਾ ਹੈ ਡਾਇਲੋਗ ਦੇ ਨਾਲ। ਪਰੰਤੂ ਇਹਦੇ ਵਿੱਚ ਇੱਕ ਕਮਾਲ ਦੀ ਗੱਲ ਇਹ ਰਹਿੰਦੀ ਕਿ ਜਦੋਂ ਇਹ ਸਰਕਾਰਾਂ ਇੱਦਾਂ ਰਹੀਆਂ, ਉਦੋਂ ਤੀਜੀ ਧਿਰ ਜਾਂ ਕਾਂਗਰਸ ਜਾਂ ਬੀਜੇਪੀ ਉਹ ਵੀ ਰਹੀ ਕੇਂਦਰ ਵਿੱਚ। ਹੁਣ ਇਹ 3 ਧਿਰਾਂ ਨੂੰ ਮਿਲਾ ਕੇ ਔਖਾ ਰਿਹਾ। ਇਸ ਤੋਂ ਬਿਨਾਂ ਫਿਰ ਜੇ ਆਪਾਂ ਕਹੀਏ ਅਕਾਲੀ ਦਲ ਬਾਦਲ ਨੇ ਬੀਜੇਪੀ ਨਾਲ ਰਲ ਕੇ 2 ਸਰਕਾਰਾਂ ਬਣਾਈਆਂ, 2 ਨਹੀਂ ਬਲਕਿ 3 ਸਰਕਾਰਾਂ ਬਣਾਈਆਂ 3 ਟਰਮਾਂ ਦੇ ਵਿੱਚ। ਉਦੋਂ ਫਿਰ ਕਿਤੇ ਦਿਖਾਈ ਨਹੀਂ ਦਿੱਤਾ ਉਦੋਂ ਫਿਰ ਕਿਤੇ ਦਿਖਾਈ ਨਹੀਂ ਦਿੱਤਾ ਕਿ ਇਹਨਾਂ ਨੇ ਰਲ ਕੇ ਕੋਈ ਯਤਨ ਕੀਤੇ ਹੋਣ ਜਿਹਦੇ ਨਾਲ ਇਹ ਮਸਲਾ ਹੱਲ ਕੀਤਾ ਜਾਵੇ। ਪਰ ਇਸੇ ਸਮੇਂ ਦੇ ਦੌਰਾਨ ਫਿਰ ਇਹ ਪੈਰਲਲ ਗੱਲ ਆਉਂਦੀ ਹੈ ਕਿ ਇਸ ਸਮੇਂ ਦੇ ਦੌਰਾਨ ਕਈ ਵਾਰ ਫਿਰ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ। ਸੋ ਇਸ ਕਰਕੇ ਕਿ ਜਦੋਂ ਸਰਕਾਰਾਂ ਨੂੰ ਜਾਂ ਰਾਜਨੀਤਿਕ ਪਾਰਟੀਆਂ ਨੂੰ ਇੱਦਾਂ ਦੇ ਮੌਕੇ ਮਿਲੇ ਕਿ ਉਹਨਾਂ ਦੇ ਆਪਸੀ ਸੰਬੰਧ ਸੁਖਾਵੇਂ ਸਨ, ਉਦੋਂ ਉਹਨਾਂ ਨੇ ਕੋਈ ਅਸਰਦਾਰ ਤਰੀਕੇ ਨਾਲ ਇਹ ਮਸਲੇ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ। ਹੁਣ ਜੇ ਆਪਾਂ ਕਹੀਏ ਕਿਉਂ ਨਹੀਂ ਕੀਤਾ,
ਕਿਉਂਕਿ ਰਾਜਨੀਤਿਕ ਪਾਰਟੀਆਂ ਉਹ ਮਸਲੇ ਜਿਨ੍ਹਾਂ ਦਾ ਰਾਜਨੀਤਿਕ ਫਾਇਦਾ ਸਮੇਂ-ਸਮੇਂ ਤੇ ਮਿਲ ਸਕਦਾ ਹੋਵੇ ਉਹਨਾਂ ਨੂੰ ਮਸਲਿਆਂ ਨੂੰ ਖੜੇ ਸੁਲਗਦੇ ਰੱਖ ਕੇ ਜਦੋਂ ਮਰਜ਼ੀ ਉਹ ਅੱਗ ਤੇਜ਼ ਕਰ ਲੈਂਦੇ ਨੇ ਤੇ ਜਦੋਂ ਮਰਜ਼ੀ ਉਹ ਅੱਗ ਠੰਡੀ ਕਰ ਲੈਂਦੇ ਨੇ, ਜਦੋਂ ਮਰਜ਼ੀ ਮਸਲੇ ਨੂੰ ਠੰਡੇ ਵਸਤੇ 'ਚ ਪਾ ਦਿੰਦੇ ਨੇ ਤੇ ਜਦੋਂ ਮਰਜ਼ੀ ਐਂ ਲੱਗਦਾ ਕਿ ਇਸ ਮਸਲੇ ਤੋਂ ਬਿਨਾਂ ਹੋਰ ਕੋਈ ਮਸਲਾ ਹੀ ਨਹੀਂ ਹੈ। ਸੋ ਇਹਦੇ ਵਿੱਚ ਇਹੀ ਜੀ ਸਥਿਤੀ ਵੀ ਆਈ। ਅਮਰਿੰਦਰ ਸਿੰਘ ਤੇ ਹੁੱਡਾ ਦੋਵੇਂ ਕਾਂਗਰਸ ਦੇ ਸੀਐਮ ਵੀ ਰਹੇ, ਉਹਨਾਂ ਨੇ ਵੀ ਕੋਈ ਯਤਨ ਨਹੀਂ ਕੀਤਾ ਇਹਨੂੰ ਠੀਕ ਸੈਟਲ ਕਰਨ ਦਾ। ਸੋ ਮੋਟੇ ਰੂਪ ਦੇ ਵਿੱਚ ਆਪਾਂ ਇਹ ਸਿੱਟੇ ਤੇ ਪਹੁੰਚਦੇ ਹਾਂ ਇਸ ਵਿਸ਼ਲੇਸ਼ਣ ਤੋਂ ਕਿ ਰਾਜਨੀਤਿਕ ਪਾਰਟੀਆਂ ਨੇ ਜਾਣ ਬੁੱਝ ਕੇ ਇਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਜਦੋਂ ਇਹ ਮਸਲਾ ਲਗਭਗ ਠੰਡੇ ਵਸਤੇ 'ਚ ਸਮੇਂ ਦੀਆਂ ਸਰਕਾਰਾਂ ਨੇ ਪਾਤਾ, ਕੋਈ ਚਾਹੇ ਉਹ ਬਾਦਲ ਦਲ ਹੋਵੇ, ਚਾਹੇ ਉਹ ਚੌਟਾਲਾ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਇਹਨਾਂ ਸਾਰੀਆਂ ਪਾਰਟੀਆਂ ਨੇ ਉਹਨੂੰ ਠੰਡੇ ਵਸਤੇ 'ਚ ਪਾਤਾ। ਪਰੰਤੂ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਕਿਸਾਨ ਅੰਦੋਲਨ ਤੇ ਸੱਟ ਮਾਰਨ ਲਈ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਇਸ ਮੁੱਦੇ ਨੂੰ ਬਿਲਕੁਲ ਠੀਕ ਟਾਈਮ ਤੇ ਤਕੜੇ ਤਰੀਕੇ ਨਾਲ ਉਠਾਇਆ ਤਾਂ ਕਿ ਕਿਸਾਨੀ ਦੇ ਅੰਦੋਲਨ ਨੂੰ ਦੁਫਾੜ ਕੀਤਾ ਜਾਵੇ। ਪਰੰਤੂ ਕਮਾਲ ਦੀ ਗੱਲ ਰਹੀ ਕਿ ਉਸ ਇਸ਼ੂ ਤੇ ਪੰਜਾਬ ਦੇ ਤੇ ਹਰਿਆਣਾ ਦੇ ਕਿਸਾਨਾਂ ਦੀ ਏਕਤਾ ਭੰਗ ਨਹੀਂ ਹੋ ਸਕੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਕਿਸਾਨ ਮੋਰਚਾ ਕਮਜ਼ੋਰ ਹੋ ਗਿਆ, ਉਹਦੇ ਕੋਈ ਹੋਰ ਕਾਰਨ ਨੇ, ਪਰ ਇਹ ਰਾਜਨੀਤਿਕ ਕਾਰਨ ਉਹਨਾਂ ਦਾ ਚੱਲਿਆ ਨਹੀਂ। ਇਸ ਗੱਲ ਤੇ ਬੀਜੇਪੀ ਪੂਰਾ ਨਾਰਾਜ਼ ਹੈ ਕਿਉਂਕਿ ਪੰਜਾਬ ਵਿੱਚ ਬੀਜੇਪੀ ਦਾ ਕੁਝ ਨਹੀਂ ਰਿਹਾ, ਸਿਰਫ ਤੇ ਸਿਰਫ 2 ਐਮਐਲਏ ਰਹਿ ਗਏ, ਜਦੋਂ ਕਿ ਇਸ ਤੋਂ ਪਹਿਲਾਂ 18 10 12 ਐਮਐਲਏ ਜਾਂਦੇ ਰਹੇ ਤੇ ਇੰਨੇ ਐਮਐਲਏ ਦੇ ਵਿੱਚੋਂ ਕਈ ਵਾਰ 1 ਜਾਂ 2 ਐਮਪੀ ਵੀ ਜਾਂਦੇ ਰਹੇ ਬੀਜੇਪੀ ਦੇ ਅਕਾਲੀ ਦਲ ਨਾਲ ਰਲ ਕੇ। ਹੁਣ ਬੀਜੇਪੀ ਦਾ ਇਸ ਗੱਲ 'ਚ ਵੱਡਾ ਨੁਕਸਾਨ ਹੋਇਆ, 2 ਐਮਐਲਏ ਨੇ, ਐਮਪੀ ਜਾਣ ਦੀ ਉਹਨਾਂ ਦਾ ਕੋਈ ਸੰਭਾਵਨਾ ਨਹੀਂ। ਤੇ ਆਉਣ ਵਾਲੀਆਂ ਸਰਕਾਰਾਂ 'ਚ ਜਿਹੜੇ ਆਉਣ ਵਾਲੇ 5 ਸਾਲ ਨੇ, ਉਸ ਸਮੇਂ ਹਾਲ ਦੀ ਘੜੀ ਕੋਈ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਚਾਨਣ ਵਾਲਾ ਨਹੀਂ ਦਿਸਦਾ, ਉਹ 'ਚ ਕੋਈ ਬਹੁਤ ਰੋਸ਼ਨੀ ਨਹੀਂ ਦਿਸਦੀ ਕਿ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣ ਸਕਦੀ ਹੈ। ਇਸ ਕਰਕੇ ਜੇ ਆਪਾਂ ਕਹੀਏ ਕਿ ਹੁਣ ਬੀਜੇਪੀ ਲਈ ਇੱਕੋ ਸਥਿਤੀ ਰਹਿ ਗਈ ਕਿ ਉਹ ਚਾਹੁੰਗੇ ਕਿ ਸਾਡਾ ਹੁਣ ਬਹੁਤਾ ਇੰਟਰਸਟ ਹਰਿਆਣੇ 'ਚ ਹੀ ਰਹੂਗਾ, ਪੰਜਾਬ 'ਚ ਸਾਡਾ ਇੰਟਰਸਟ ਰਹਿਣਾ ਔਖਾ ਕੰਮ ਹੋ ਗਿਆ। ਇਸ ਕਰਕੇ ਕੇਂਦਰ 'ਚ ਉਹਨਾਂ ਦੀ ਸਰਕਾਰ ਹੈ, ਹੁਣ ਇਹ ਮੌਕਾ ਹੈ ਕਿ ਉਹ ਇਲੈਕਸ਼ਨਾਂ ਤੋਂ ਪਹਿਲਾਂ ਇਸ ਮੁੱਦੇ ਨੂੰ ਬਹੁਤ ਪ੍ਰਭਾਵੀ ਤਰੀਕੇ ਨਾਲ ਉਭਾਰ ਕੇ ਉਹਦਾ ਰਾਜਨੀਤਿਕ ਫਾਇਦਾ ਲੈਣ ਲਈ ਹਰਿਆਣੇ ਦੀ ਜਨਤਾ ਨੂੰ ਇਹ ਕਹਿ ਸਕਦੀ ਹੈ ਕਿ ਤੁਹਾਡੇ ਹੱਕਾਂ ਦੀ ਰਾਖੀ ਅਸੀਂ ਕਰਨਾ ਚਾਹੁੰਦੇ ਹਾਂ, ਅਸੀਂ ਕਰਾਂਗੇ। ਹੁਣ ਆਪਾਂ ਜਿਹੜੀ ਅੱਜ ਦੀ ਸਥਿਤੀ ਹੈ, ਇਹ ਪਿਛੋਕੜ ਸੀ, ਹੁਣ ਆਪਾਂ ਅੱਜ ਦੀ ਸਥਿਤੀ ਦੀ ਗੱਲ ਕਰੀਏ। ਪੰਜਾਬ ਵਿੱਚ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ, ਬਹੁਤ ਵੱਡੀ ਮੈਜੋਰਿਟੀ ਨਾਲ ਆ ਗਈ, ਉਹਨੂੰ ਖਤਰਾ ਕੋਈ ਨਹੀਂ ਜੀ ਆਉਣ ਵਾਲੇ 5 ਸਾਲ। ਪਰੰਤੂ ਆਮ ਆਦਮੀ ਪਾਰਟੀ ਹੁਣ ਆਪਣਾ ਵਿਸਥਾਰ ਕਰਦੀ ਹੋਈ ਲੱਗ ਰਿਹਾ ਹੈ ਕਿ ਹਿਮਾਚਲ ਹਰਿਆਣੇ ਵਿੱਚ ਵੀ ਅੱਗੇ ਵਧ ਰਹੀ ਹੈ ਔਰ ਇਲੈਕਸ਼ਨ ਲੜ ਰਹੀ ਹੈ। ਕੁਝ ਵਿਸ਼ਲੇਸ਼ਕਾਂ ਦਾ ਇਹ ਵੀ ਅਨੁਭਵ ਹੈ, ਇਹ ਵੀ ਵਿਸ਼ਲੇਸ਼ਣ ਹੈ ਕਿ ਬੀਜੇਪੀ ਇੱਕ ਵੱਖਰੀ ਚੀਜ਼ ਹੈ, ਲੇਕਿਨ ਹਿੰਦੂ ਵਿਚਾਰਧਾਰਾ ਨੂੰ ਲੈ ਕੇ ਆਰਐਸਐਸ ਆਪਣਾ ਮੁੱਦਾ ਉਭਾਰ ਰਹੀ ਹੈ। ਆਰਐਸਐਸ ਅਗੇਨ ਫਿਰ ਮੈਂ ਕਹਿਣਾ ਕਿ ਇੱਕ ਜਿਹੜਾ ਗਰੁੱਪ ਆਫ ਐਨਾਲਿਸਟ ਹੈ ਉਹ ਇੱਦਾਂ ਸੋਚ ਰਿਹਾ ਹੈ ਕਿ ਆਰਐਸਐਸ ਕਾਂਗਰਸ ਨੂੰ ਖਤਮ ਕਰਨ ਲਈ ਇੱਕ ਇਸ ਤਰ੍ਹਾਂ ਦੀ ਪਾਰਟੀ ਦਾ ਉਭਾਰ ਬੀਜੇਪੀ ਦੇ ਬਰਾਬਰ ਕਰਨਾ ਚਾਹੁੰਦੀ ਹੈ ਕਿ ਚਾਹੇ ਰਾਜ ਏ ਪਾਰਟੀ ਦਾ ਹੋਵੇ, ਚਾਹੇ ਰਾਜ ਬੀ ਪਾਰਟੀ ਦਾ ਹੋਵੇ, ਪਰ ਉਹਦੇ ਵਿੱਚ ਮੁੱਖ ਰੂਪ ਤੇ ਹਿੰਦੂਤਵ ਦਾ ਪ੍ਰਭਾਵ ਰਹੇ। ਉਸ ਕਰਕੇ ਆਰਐਸਐਸ ਕਿਤੇ ਚਾਹੁੰਦੀ ਹੈ ਜਾਂ ਹਿੰਦੂਵਾਦੀ ਤਾਕਤਾਂ ਨੇ ਜਿਹੜੀਆਂ ਉਹ ਚਾਹੁੰਦੀਆਂ ਨੇ ਕਿ ਇੱਕ ਐਦਾਂ ਦੀ ਸਰਕਾਰ ਬਣਾਈ ਜਾਵੇ ਜਿਹੜੀ ਜਿੱਥੇ ਕਿਤੇ ਬੀਜੇਪੀ ਦੀ ਹਾਰਨ ਵਾਲੀ ਪੋਜੀਸ਼ਨ ਆਵੇ, ਐਂਟੀ ਇਨਕੰਬੈਂਸੀ ਆਵੇ, ਉੱਥੇ ਉਹ ਸਰਕਾਰ ਬਣੇ ਜਿਹੜੀ ਦਾ ਚਿਹਰਾ ਮੋਰਾ ਘੁੰਮ ਘੁਮਾ ਕੇ ਹਿੰਦੂਤਵ ਵਾਲਾ ਹੋਵੇ।
ਔਰ ਉਹਦੇ ਵਿੱਚ ਪੂਰੀ ਤਰ੍ਹਾਂ ਮੈਂ ਨਹੀਂ ਕਹਿੰਦਾ, ਉਹਦੇ ਵਿੱਚ ਕੁਛ ਰੂਪ ਦੇ ਵਿੱਚ ਉਹ ਫਿੱਟ ਹੁੰਦੀ ਹੈ ਆਮ ਆਦਮੀ ਪਾਰਟੀ। ਹੁਣ ਕੀ ਹੋਇਆ ਕਿ ਹਰਿਆਣੇ ਦੀ ਸਰਕਾਰ ਤੇ ਹਿਮਾਚਲ ਦੀ ਸਰਕਾਰ ਦਾ ਸਮਾਂ ਬੜਾ ਨੇੜੇ ਹੈ। ਇਸ ਸਾਲ 'ਚ ਸੰਭਾਵਨਾ ਕਿ ਦਸੰਬਰ ਦੇ ਨੇੜੇ ਤੇੜੇ ਜਾਂ ਐਂਡ ਤੇ ਬਿਲਕੁਲ ਇੱਕ ਇਲੈਕਸ਼ਨ ਹੋਣੀ ਹੈ। ਅਪ੍ਰੈਲ ਹੁਣ ਚੱਲ ਰਿਹਾ ਹੈ। ਰਾਜਨੀਤਿਕ ਦੌਰ ਦੇ ਵਿੱਚ 7-8 ਮਹੀਨੇ ਕੋਈ ਬਹੁਤ ਵੱਡਾ ਸਮਾਂ ਨਹੀਂ ਹੁੰਦਾ। ਜੇ 8 ਮਹੀਨੇ ਕਹੀਏ ਆਪਾਂ, 8 ਦੀ ਬਜਾਏ ਤੁਸੀਂ ਇਹਨੂੰ 5 ਮਹੀਨੇ ਕਹਿ ਸਕਦੇ ਹੋ। 4 ਮਹੀਨੇ ਤਾਂ ਉਹ ਪ੍ਰੋਸੈਸ ਪਹਿਲਾਂ ਸ਼ੁਰੂ ਹੋ ਜਾਂਦਾ ਸਾਰਾ ਕੁਝ। ਔਰ ਦੂਜਾ ਇਹ ਹੈ ਕਿ 2 ਟਰਮਸ ਜਿਹੜੀਆਂ ਉਹ ਮਿਲ ਚੁੱਕੀਆਂ ਹਰਿਆਣਾ ਦੇ ਵਿੱਚ। ਦੂਜੀ ਟਰਮ ਚੱਲ ਰਹੀ ਹੈ ਉਹਨਾਂ ਦੀ ਸਮਝੌਤੇ ਨਾਲ। ਪਹਿਲਾਂ ਨਾਲੋਂ ਬੀਜੇਪੀ ਕਮਜ਼ੋਰ ਹੋਈ ਹੈ। ਆਉਣ ਵਾਲੇ ਸਮੇਂ 'ਚ ਜੇਕਰ ਐਂਟੀ ਇਨਕੰਬੈਂਸੀ, ਜਿਨ੍ਹਾਂ ਦੀ ਮਹਿੰਗਾਈ ਵਗੈਰਾ ਵਗੈਰਾ ਚੱਲ ਰਹੀ ਹੈ, ਉਹਨਾਂ ਨੂੰ ਡਰ ਹੈ ਕਿ ਜੇਕਰ ਇੱਦਾਂ ਦੇ ਮੁੱਦੇ ਨਾ ਦਿੱਤੇ ਤਾਂ ਇਹ ਸਾਰੀ ਗੱਲ ਠੀਕ ਨਹੀਂ ਆਉਣੀ। ਦੂਜਾ, ਹਰਿਆਣਾ ਦੇ ਵਿੱਚ ਜਿਹੜਾ ਪ੍ਰਪੋਰਸ਼ਨੇਟਲੀ ਮੁਸਲਿਮ ਆਬਾਦੀ ਬਹੁਤ ਘੱਟ ਹੈ, ਜਿਹਦੇ ਕਰਕੇ ਜਿਹੜਾ ਨਾਰਾ ਸਾਰੇ ਹਿੰਦੁਸਤਾਨ 'ਚ ਬੀਜੇਪੀ ਦਾ ਚੱਲਦਾ ਹੈ ਐਂਟੀ ਮੁਸਲਿਮ, ਉਹ ਹਰਿਆਣੇ ਦੇ ਵਿੱਚ ਐਂਟੀ ਮੁਸਲਿਮ ਹੋ ਕੇ ਵੀ ਸ਼ਾਇਦ ਕੰਮ ਨਾ ਕਰੇ। ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਰੇ ਲੱਭਣੇ ਪੈਣਗੇ, ਇਸ ਤਰ੍ਹਾਂ ਦੇ ਨੈਰੇਟਿਵ ਲੱਭਣੇ ਪੈਣਗੇ ਜਿਹੜੇ ਆਮ ਪਬਲਿਕ ਨੂੰ ਅਪੀਲ ਕਰਨ। ਉਹਨਾਂ ਵਿੱਚੋਂ ਆਹ ਮਸਲੇ ਨੇ ਜਿਹੜੇ 2 ਜਿਨ੍ਹਾਂ ਨੂੰ ਬੀਜੇਪੀ ਉਭਾਰਨ ਲਈ ਬਹੁਤ ਜ਼ੋਰ ਲਾ ਰਹੀ ਹੈ। ਇੱਕ ਚੰਡੀਗੜ੍ਹ ਦਾ, ਜਿਹੜਾ ਅੱਜ ਆਪਣਾ ਵਿਸ਼ਾ ਨਹੀਂ ਹੈ ਜੀ, ਅੱਜ ਆਪਣਾ ਵਿਸ਼ਾ SYL ਤੇ ਹੈ। ਇੱਕ SYL ਦਾ। ਇਹ ਮੁੱਦੇ ਇੰਨੇ ਭਾਵਕ ਨੇ ਕਿ ਪੰਜਾਬ ਦੀ ਜਨਤਾ ਲਈ ਵੀ ਤੇ ਹਰਿਆਣਾ ਦੀ ਜਨਤਾ ਲਈ ਵੀ ਇਹ ਮੁੱਦੇ ਬਹੁਤ ਭਾਵਕ ਨੇ। ਬੀਜੇਪੀ ਚਾਹੇਗੀ ਕਿ ਇਸ ਮੁੱਦੇ ਨੂੰ ਪ੍ਰਭਾਵੀ ਰੂਪ 'ਚ, ਵੱਡੇ ਰੂਪ 'ਚ ਖੜਾ ਕਰਕੇ ਵੋਟਾਂ ਬਟੋਰਨ ਲਈ ਆਪਣਾ ਯਤਨਸ਼ੀਲ ਹੋਵੇ, ਯਤਨ ਕਰੇ ਜੀ। ਔਰ ਇਸ ਮੁੱਦੇ ਦਾ ਪ੍ਰਭਾਵ ਵੋਟਾਂ ਤੇ ਜ਼ਰੂਰ ਰਹੇਗਾ। ਆਮ ਆਦਮੀ ਪਾਰਟੀ ਨੂੰ ਵੀ ਜੇਕਰ ਉਹਦੇ ਬਰਾਬਰ ਆਉਣਾ ਹੈ ਤਾਂ ਇਸ ਮੁੱਦੇ ਤੇ ਕੁਛ ਨਾ ਕੁਛ ਆਪਣਾ ਰੁਖ ਸਪਸ਼ਟ ਕਰਨਾ ਪਏਗਾ। ਹਾਲ ਦੀ ਘੜੀ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਬਾਹਰ ਦੇ ਹੋਣਗੇ, ਉਹ ਇਸ ਮੁੱਦੇ ਤੇ ਬਿਆਨ ਦੇ ਸਕਦੇ ਨੇ। ਔਰ ਇਹ ਬਹੁਤ ਹੀ ਸਟ੍ਰੈਟਜੀਕਲ ਮੁੱਦਾ ਹੈ ਜੀ। ਹਾਲੇ ਜਿਹੜਾ ਮੁੱਦਾ, ਇਸ ਮੁੱਦੇ ਤੇ ਬਿਆਨ ਆਇਆ ਹੈ ਗੁਪਤਾ ਜੀ ਦਾ, ਉਹ ਵੀ ਮੇਰਾ ਖਿਆਲ ਦਿੱਲੀ ਤੋਂ ਨੇ। ਦਿੱਲੀ ਤੋਂ ਉਹ MP ਨੇ। ਤੇ ਮੈਨੂੰ ਇਹ ਲੱਗ ਜਾਂਦਾ ਹੈ, ਐਜ ਵਿਸ਼ਲੇਸ਼ਕ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਸੰਜੇ ਸਿੰਘ ਦਾ ਇਮੇਜ ਹੈ ਜੀ, ਸੰਜੇ ਸਿੰਘ ਦਾ ਇਮੇਜ ਹੈ ਕਿ ਉਹ ਨੈਸ਼ਨਲ ਲੈਵਲ ਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਤੇ ਉਹ ਇਸ ਗੱਲ ਤੇ ਕੋਈ ਬਿਆਨ ਨਹੀਂ ਦੇਵੇਗਾ। ਪਰੰਤੂ ਜਿਹੜੇ ਲੀਡਰਾਂ ਦਾ ਇਹ ਇਮੇਜ ਨਹੀਂ ਹੈ ਕਿ ਉਹ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦਾ ਕਰਤਾ ਧਰਤਾ ਨੇ ਜਾਂ ਕੁਛ ਨੇ, ਉਹਨਾਂ ਲੀਡਰਾਂ ਵੱਲੋਂ ਇਹੋ ਜਿਹੇ ਬਿਆਨ ਦਿੱਤੇ ਜਾਂ ਦਿਵਾਏ ਜਾਣਗੇ ਜਿਹੜੇ ਹਰਿਆਣੇ ਦੇ ਪੱਖ 'ਚ ਜਾਂਦੇ ਹੋਣ, ਤਾਂ ਕਿ ਹਰਿਆਣੇ ਦੇ ਵਿੱਚ ਇਹ ਨੈਰੇਟਿਵ, ਇਹ ਮੁੱਦਾ ਖੜਾ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੋਵੇ ਤੇ ਐਦਾਂ ਦਿਖਾਈ ਦੇਵੇ ਕਿ ਨਹੀਂ ਜੀ, ਜਿਹੜੀ ਹਰਿਆਣੇ ਦੀ ਆਮ ਆਦਮੀ ਪਾਰਟੀ ਹੋਏਗੀ ਉਹ ਹਰਿਆਣੇ ਦੇ ਹਿੱਤਾਂ ਲਈ ਹਰਿਆਣਾ ਤੇ ਦਿੱਲੀ ਰਲ ਕੇ ਲੜਨਗੇ। ਸੋ ਇਸ ਕਿਸਮ ਨਾਲ ਮੈਨੂੰ ਲੱਗ ਰਿਹਾ ਹੈ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਤੇ ਇਮੀਡੀਏਟ ਕੁਝ ਨਿਕਲਿਆ ਆਏਗਾ। ਪੰਜਾਬ ਦੀ ਇਕਾਈ ਕਿਵੇਂ ਸਿੱਝੂਗੀ ਫਿਰ ਇਹਨਾਂ ਗੱਲਾਂ ਦੇ ਨਾਲ? ਹਾਂ, ਪੰਜਾਬ ਦੀ ਇਕਾਈ ਇਹਨਾਂ ਗੱਲਾਂ ਨਾਲ ਇਸ ਤਰ੍ਹਾਂ ਹੀ ਰਹੂਗੀ ਕਿ ਇਹ ਸਮੇਂ-ਸਮੇਂ ਤੇ ਬਿਆਨ ਦਿੰਦੇ ਰਹਿਣਗੇ ਕਿ ਜੀ ਇਸ ਮਸਲੇ ਨੂੰ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ ਤੇ ਨਿਯਮਾਂ ਮੁਤਾਬਕ ਇਹਦਾ ਹੱਲ ਲੱਭਾਂਗੇ। ਪਰੰਤੂ ਜਦੋਂ ਪੰਜਾਬ ਦੀ ਇਲੈਕਸ਼ਨ ਆਏਗੀ ਫਿਰ ਉਹ ਚੁੱਪ ਕਰ ਜਾਣਗੇ ਤੇ ਇਹ ਇਸ ਮੁੱਦੇ ਤੇ ਵੱਡੇ ਬਿਆਨ ਦੇਣਗੇ। ਜੇ ਆਪਾਂ ਇਹ ਕਹੀਏ ਕਿ ਇਸ ਤਰ੍ਹਾਂ ਇਹ ਹੋਏਗਾ ਕਿ ਜਿਵੇਂ ਪਿਛਲੀਆਂ ਰਾਜਨੀਤਿਕ ਪਾਰਟੀਆਂ ਦਾ ਆਪਾਂ ਕਿਰਦਾਰ ਦੇਖਦੇ ਹਾਂ, ਉਸ ਕਿਰਦਾਰ ਦੇ ਵਿੱਚੋਂ, ਕਿਉਂਕਿ ਜੇਕਰ ਆਮ ਆਦਮੀ ਪਾਰਟੀ ਕੋਈ ਵੱਡਾ ਰੁਖ ਅਖਤਿਆਰ ਕਰ ਲੈਂਦੀ ਹੈ, ਚਾਹੇ ਪੰਜਾਬ ਦੇ ਹੱਕ 'ਚ ਚਾਹੇ ਹਰਿਆਣੇ ਦੇ ਹੱਕ 'ਚ, ਤਾਂ ਕੇਂਦਰ ਦੀ ਸਰਕਾਰ ਇਹ ਦੋਵਾਂ ਪਾਰਟੀਆਂ ਨੂੰ ਉਲਝਾ ਕੇ ਕੋਈ ਤੀਸਰਾ ਇਸ਼ੂ ਖੜਾ ਕਰ ਸਕਦੀ ਹੈ, ਜਿਸ ਦੇ ਵਿੱਚ ਇਹ ਦਿਖਾਈ ਦੇਵੇ ਕਿ ਦੇਖੋ ਜੀ, ਆਮ ਆਦਮੀ ਪਾਰਟੀ ਦਾ ਸਟੈਂਡ ਇਹ ਸੀ, ਜੇ ਆਮ ਆਦਮੀ ਪਾਰਟੀ
ਪੰਜਾਬ ਦੇ ਹੱਕ ਵਿੱਚ ਕੋਈ ਸਟੈਂਡ ਲੈਂਦੀ ਹੈ ਜੀ ਵੱਡਾ ਨੈਸ਼ਨਲ ਲੈਵਲ ਤੇ ਜਾਂ ਹਿੰਦੁਸਤਾਨ ਦੀ ਆਮ ਆਦਮੀ ਪਾਰਟੀ, ਤਾਂ ਬੀਜੇਪੀ ਨੂੰ ਇੱਕ ਮੌਕਾ ਮਿਲ ਜਾਏਗਾ ਤੇ ਬੀਜੇਪੀ ਇਮੀਡੀਏਟ ਉਹ ਕੰਮ ਕਰੇਗੀ ਜਿਸ ਨਾਲ ਇਹ ਲੱਗੇ ਕਿ ਇਹ ਸਾਰਾ ਮਸਲਾ ਜੀ ਹਰਿਆਣਾ ਦੇ ਹੱਕ 'ਚ ਜਾ ਰਿਹਾ ਹੈ ਤੇ ਉੱਥੇ ਬੀਜੇਪੀ ਫਾਇਦਾ ਲਏਗੀ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰੇਗੀ। ਪਰੰਤੂ ਇਸ ਕਰਕੇ ਆਮ ਆਦਮੀ ਪਾਰਟੀ ਦਾ ਪੈਂਤਰਾ ਇਹ ਰਹੇਗਾ ਕਿ ਇਹ ਮਸਲਾ, ਮੈਨੂੰ ਜੋ ਲੱਗ ਰਿਹਾ ਹੈ ਕਿ ਇਹ ਮਸਲਾ ਲਟਕਦਾ ਹੀ ਰਹੇ, ਇਹਦੇ ਹੱਲ ਵੱਲ ਨਾ ਵਧਿਆ ਜਾਵੇ, ਸਮੇਂ-ਸਮੇਂ ਤੇ ਬਿਆਨ ਦੇ ਦਿੱਤੇ ਜਾਣ। ਜਦੋਂ ਲੋੜ ਹੋਊਗੀ ਹਰਿਆਣਾ ਵਿੱਚ ਇਹ ਮਸਲਾ ਉਭਾਰਨ ਦੀ, ਤਾਂ ਉਦੋਂ ਹਰਿਆਣਾ ਦੇ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਨੇਤਾ ਉਹ ਅੱਗੇ ਵੱਧ ਕੇ ਬਿਆਨ ਦੇਣਗੇ ਤੇ ਪੰਜਾਬ ਵਾਲੇ ਚੁੱਪ ਰਹਿਣਗੇ। ਜਦੋਂ ਪੰਜਾਬ 'ਚ ਲੋੜ ਹੋਏਗੀ ਤਾਂ ਪੰਜਾਬ ਵਾਲੇ ਅੱਗੇ ਵੱਧ ਕੇ ਬਿਆਨ ਦੇਣਗੇ, ਹਰਿਆਣੇ ਵਾਲੇ ਚੁੱਪ ਰਹਿਣਗੇ। ਜੋ ਨੀਤੀ ਪਹਿਲਾਂ ਚੱਲਦੀ ਹੈ, ਮੈਨੂੰ ਲੱਗਦਾ ਹੈ ਇਹ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਮੁੱਦੇ ਤੇ ਹਾਲੇ ਲੋਕਾਂ ਦਾ ਬੇਵਕੂਫੀ ਬਣਾਇਆ ਜਾਏਗਾ। ਇਹਦੇ ਉੱਤੇ ਕੋਈ ਨਾ ਇਹ ਮਸਲਾ ਹੱਲ ਕਰਨ ਦੀ ਨੀਤੀ ਹੋਏਗੀ ਤੇ ਨਾ ਹੀ ਮਸਲਾ ਹੱਲ ਕੀਤਾ ਜਾਏਗਾ। ਪਰੰਤੂ ਇਹ ਮਸਲਾ ਹੈ ਬੜਾ ਸੈਂਸਿਟਿਵ, ਇਹਦੇ ਵਿੱਚ ਇੰਨੇ ਲੂਪ ਹੋਲਸ ਨੇ, ਮਤਲਬ ਜੇ ਇਹ ਹੱਲ ਹੁੰਦਾ ਵੀ ਲੱਗਿਆ ਕਿਤੇ ਨਾ ਕਿਤੇ, ਇਹ ਮਸਲਾ ਸਰਕਾਰਾਂ ਨੇ ਕੋਰਟ 'ਚ ਜਾ ਕੇ ਫਸਾ ਲੈਣਾ, ਤਦ ਵੀ ਇਹ ਹੱਲ ਨਹੀਂ ਹੋਣ ਦੇਣਾ। ਇਹਦੇ ਵਿੱਚ ਬਹੁਤ ਲਕੂਨੇ ਨੇ, ਬਹੁਤ ਡਰਾਬੈਕ ਨੇ। ਇਹ ਮਸਲਾ ਜਦੋਂ ਵੀ ਹੱਲ ਹੋਏਗਾ, ਇਹ ਸੌਖਾ ਹੱਲ ਹੋ ਸਕਦਾ ਐਮੀਕੇਬਲੀ, ਜੇ ਕਿਤੇ ਤਿੰਨੋਂ ਸਰਕਾਰਾਂ, ਕੇਂਦਰ ਦੀ ਸਰਕਾਰ, ਹਰਿਆਣਾ ਸਰਕਾਰ, ਪੰਜਾਬ ਸਰਕਾਰ ਰਲ ਕੇ ਇਹਨੂੰ ਹੱਲ ਕਰਨਾ ਚਾਹਣ ਤੇ ਐਮੀਕੇਬਲੀ ਕੋਈ ਸੋਲੂਸ਼ਨ ਨਿਕਲੇ, ਫਿਰ ਇਹ ਹੱਲ ਹੋ ਸਕਦਾ ਹੈ। ਅਦਰਵਾਈਜ਼ ਇਹ ਮਸਲਾ ਕਾਨੂੰਨੀ ਦਾ ਪੇਚਾਂ ਦੇ ਵਿੱਚ ਉਲਝਾ ਕੇ ਰੱਖਿਆ ਜਾਏਗਾ ਤੇ ਸਮੇਂ-ਸਮੇਂ ਤੇ ਪਾਰਟੀਆਂ ਵੱਲੋਂ ਫਾਇਦਾ ਲਿਆ ਜਾਏਗਾ। ਹੁਣ ਫਿਰ ਸਥਿਤੀ ਇੱਦਾਂ ਦੀ ਬਣੀ ਹੈ ਕਿ ਇਸ ਮਸਲੇ ਨੂੰ ਫਿਰ ਅੱਗ ਦਿੱਤੀ ਜਾਵੇ, ਜਿਵੇਂ ਆਪਾਂ ਕਹਿੰਦੇ ਹਾਂ ਨਾ ਬਰਸਾਤਾਂ ਤੋਂ ਬਾਅਦ ਭੱਠੇ ਨੂੰ ਅੱਗ ਦਿੱਤੀ ਜਾਂਦੀ ਹੈ, ਕਿ ਹੁਣ ਫਿਰ ਇਹ ਢੁਕਵਾਂ ਸਮਾਂ ਹੈ ਰਾਜਨੀਤਿਕ ਤੌਰ ਤੇ ਕਿ ਲੋਕਾਂ ਨੂੰ ਲੜਾਇਆ ਜਾਵੇ ਤੇ ਇਹ ਇਸ ਤਰ੍ਹਾਂ ਦੀ ਲੜਾਈ ਜਾਂ ਪਰਸੈਪਸ਼ਨ ਕ੍ਰੀਏਟ ਕਰਕੇ ਵੋਟਾਂ ਦਾ ਫਾਇਦਾ ਲਿਆ ਜਾਵੇ। ਸੋ ਇਹ ਗੱਲ 'ਚ ਆਮ ਆਦਮੀ ਪਾਰਟੀ ਵੀ ਮੈਨੂੰ ਲੱਗ ਰਿਹਾ ਪਿੱਛੇ ਨਹੀਂ ਰਹੇਗੀ। ਜਿੱਥੇ ਬੀਜੇਪੀ ਪਿੱਛੇ ਨਹੀਂ ਰਹੇਗੀ, ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਇਸ ਗੱਲ 'ਚ ਪਿੱਛੇ ਰਹੇ, ਬਰਾਬਰ ਚੱਲਣਗੇ ਉਹ। ਬਿਲਕੁਲ, ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਅਸੀਂ SYL ਮਾਮਲੇ ਤੇ ਜਾਣਿਆ ਕਿ ਆਮ ਆਦਮੀ ਪਾਰਟੀ ਕਿਵੇਂ ਸਿੱਝੂਗੀ ਇਹਨਾਂ ਜੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਖੜੀਆਂ ਹੋਣਗੀਆਂ, ਕਿਉਂਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ, ਦਿੱਲੀ ਦੇ ਵਿੱਚ ਆਪ ਦੀ ਸਰਕਾਰ ਹੈ। ਸੋ SYL ਤੇ ਸਟੇਟਾਂ ਦੇ ਜੋ ਹੱਕ ਨੇ ਉਹਦੇ ਤੇ ਟਕਰਾਅ ਤੇ ਲਗਾਤਾਰ ਪੰਜਾਬ ਸਰਕਾਰ ਤੇ ਅਸਰ ਪਊਗਾ। ਜੋ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਲਗਾਤਾਰ ਤੁਹਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਾਂਝੇ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।